ਉਂਝ ਤਾਂ ਆਕਾਸ਼ ਦੇ ਆਂਗਣ ਵਿੱਚ ਬਹੁਤ ਸਾਰੇ ਪੰਛੀ ਉੱਡਦੇ ਹਨ, ਪਰ ਜਦੋਂ ਬਾਜ ਅਸਮਾਨ ਵਿੱਚ ਉੱਡਦਾ ਹੈ ਤਾਂ ਸਾਰਾ ਅਸਮਾਨ ਉਸ ਦੇ ਸਵਾਗਤ ਲਈ ਆਪਣੀਆਂ ਪਲਕਾਂ ਵਿਛਾ ਦਿੰਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਅਸਮਾਨ ਦੇ ਬਾਦਸ਼ਾਹ ਬਾਜ਼ ਦੇ ਬਾਰੇ, ਉਸ ਦੀ ਜ਼ਿੰਦਗੀ ਦੇ ਬਾਰੇ, ਉਸ ਦੀਆਂ ਮੁਸ਼ਕਲਾਂ ਤੇ ਸੰਘਰਸ਼ ਦੇ ਬਾਰੇ। ਅਸੀਂ ਗੱਲ ਕਰਨ ਜਾ ਰਹੇ ਹਾਂ ਬਾਜ਼ ਦੀ ਚਕਾਚੌਂਧ ਗਤੀਵਿਧੀਆਂ ਦੇ ਬਾਰੇ, ਜਿਨ੍ਹਾਂ ਬਾਰੇ ਜਾਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ। ਤਾਂ ਫਿਰ ਹੋ ਜਾਓ ਤਿਆਰ ਮੇਰੇ ਨਾਲ ਇਸ ਰੋਮਾਂਚਕ ਹਵਾਈ ਸਫ਼ਰ ਦੇ ਲਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੰਗਲ ਰਾਜ ਬੜਾ ਬੇਰਹਿਮ ਹੁੰਦਾ ਹੈ, ਜਿੱਥੇ ਜਿਉਣ ਲਈ ਜ਼ਿੰਦਗੀ ਭਰ ਲੜਦੇ ਰਹਿਣਾ ਪੈਂਦਾ ਏ। ਇਸ ਤੋਂ ਬੁਰਾ ਹੋਰ ਕੀ ਹੋ ਸਕਦਾ ਹੈ ਕਿ ਜਨਮ ਲੈਂਦੇ ਸਾਰ ਹੀ ਜ਼ਿੰਦਗੀ ਦੀ ਜੰਗ ਲੜਨੀ ਪੈ ਜਾਏ, ਉਹ ਵੀ ਆਪਣੇ ਭੈਣ ਭਰਾਵਾਂ ਦੇ ਨਾਲ, ਤੇ ਮਾਤਾ ਪਿਤਾ ਬੈਠ ਕੇ ਜ਼ਿੰਦਗੀ ਤੇ ਮੌਤ ਦਾ ਤਮਾਸ਼ਾ ਦੇਖਦੇ ਰਹਿਣ। ਤੁਹਾਨੂੰ ਦੱਸ ਦਈਏ ਕਿ ਇੱਕ ਮਾਦਾ ਬਾਜ਼ ਇੱਕ ਵਾਰ ਵਿੱਚ ਸਿਰਫ 2 ਜਾਂ 3 ਆਂਡੇ ਹੀ ਦਿੰਦੀ ਹੈ। ਜਦੋਂ ਇਹਨਾਂ ਆਂਡਿਆਂ ਵਿੱਚੋਂ ਚੂਹੇ ਨਿਕਲ ਆਉਂਦੇ ਹਨ ਤਾਂ ਆਪਣੀ ਭੁੱਖ ਮਿਟਾਉਣ ਦੇ ਲਈ ਇੱਕ ਦੂਜੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਹਨ। ਇਹ ਲੜਾਈ ਹਾਰ ਜਾਂ ਜਿੱਤ ਦੀ ਨਹੀਂ ਹੁੰਦੀ, ਸਗੋਂ ਜ਼ਿੰਦਗੀ ਦੀ ਹੁੰਦੀ ਹੈ। ਆਪਣੀ ਜਾਨ ਬਚਾਉਣ ਦੇ ਲਈ ਇਹਨਾਂ ਨੂੰ ਆਪਣੇ ਹੀ ਭਰਾ ਭੈਣ 'ਤੇ ਹਮਲਾ ਕਰਨਾ ਪੈਂਦਾ ਹੈ। ਅੰਤ ਵਿੱਚ ਕੋਈ ਇੱਕ ਵਿਜੇਤਾ ਬਚ ਜਾਂਦਾ ਹੈ ਤੇ ਇਸ ਲੜਾਈ ਨੂੰ ਜਿੱਤ ਜਾਂਦਾ ਹੈ। ਇਹਨਾਂ ਦੇ ਮਾਤਾ ਪਿਤਾ ਦੂਰ ਬੈਠ ਕੇ ਹੀ ਖੌਫਨਾਕ ਤਮਾਸ਼ਾ ਦੇਖਦੇ ਰਹਿੰਦੇ ਹਨ, ਪਰ ਇਸ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਵੀ ਇਹੀ ਮੰਨਦੇ ਹਨ ਕਿ ਜਿਹੜਾ ਤਕੜਾ ਹੋਵੇਗਾ ਇਹ ਜੀਵਨ ਉਸੇ ਦਾ ਹੀ ਹੋਵੇਗਾ। ਇਹ ਬੱਚੇ ਆਪਣੇ ਭੈਣ ਭਰਾ ਨੂੰ ਨੋਚ ਖਾਣ ਤੋਂ ਬਾਅਦ ਜ਼ਿੰਦਗੀ ਦੇ ਅਗਲੇ ਸਫ਼ਰ ਲਈ ਨਿਕਲ ਜਾਂਦੇ ਹਨ। ਹੁਣ ਵਾਰੀ ਆਉਂਦੀ ਹੈ ਇਹਨਾਂ ਦੇ ਉੱਡਣਾ ਸਿੱਖਣ ਦੀ। ਜੇਕਰ ਪਹਿਲਾ ਪੜਾਅ ਇੰਨਾ ਖਤਰਨਾਕ ਸੀ ਤਾਂ ਅਸਲ ਗੱਲ ਇਹ ਹੈ ਕਿ ਉੱਡਣਾ ਸਿੱਖਣਾ ਵੀ ਕੋਈ ਬੱਚਿਆਂ ਦਾ ਖੇਲ ਨਹੀਂ ਹੁੰਦਾ। ਇਹ ਉੱਡਣਾ ਸਿੱਖਣ ਦੀ ਟ੍ਰੇਨਿੰਗ ਵੀ ਭਿਆਨਕ ਹੋਣ ਵਾਲੀ ਹੈ। ਜਿਸ ਉਚਾਈ ਵਿੱਚ ਉੱਡਣ ਲਈ ਬਾਕੀ ਸਾਰੇ ਪੰਛੀ ਘਬਰਾ ਜਾਂਦੇ ਹਨ, ਇਸ ਨੰਨੇ ਜਿਹੇ ਪੰਛੀ ਨੂੰ ਤਾਂ ਆਪਣੀ ਪਹਿਲੀ ਉਡਾਨ ਹੀ ਇੰਨੀ ਉਚਾਈ ਤੋਂ ਸ਼ੁਰੂ ਕਰਨੀ ਪੈਂਦੀ ਹੈ। ਬਾਜ਼ ਆਪਣੇ ਨੰਨੇ ਜਿਹੇ ਬੱਚੇ ਨੂੰ ਆਪਣੇ ਪੰਜਿਆਂ ਵਿੱਚ ਭਰਦਾ ਹੈ ਤੇ ਉਸ ਦਿਲ ਦਹਿਲਾਉਣ ਵਾਲੀ ਉਚਾਈ ਤੇ ਜਾ ਕੇ ਛੱਡ ਦਿੰਦਾ ਹੈ। ਹਵਾ ਦੇ ਜ਼ੋਰਦਾਰ ਝਟਕਿਆਂ ਦੇ ਵਿੱਚ ਜਿਉਣ ਲਈ ਉਸ ਨੂੰ ਉੱਡਣਾ ਹੀ ਹੋਵੇਗਾ, ਉਸ ਨੂੰ ਉੱਡਣਾ ਹੀ ਪਵੇਗਾ, ਬਚਣਾ ਹੀ ਪਵੇਗਾ। ਜ਼ਿੰਦਗੀ ਫੇਰ ਹੀ ਆਪਣੀਆਂ ਬਾਹਾਂ ਖੋਲ੍ਹ ਕੇ ਇਸ ਨੰਨੇ ਪੰਛੀ ਦਾ ਸਵਾਗਤ ਕਰੇਗੀ। ਇਸ ਦਿਲ ਦਹਿਲਾਉਣ ਵਾਲੀ ਟ੍ਰੇਨਿੰਗ ਤੋਂ ਬਾਅਦ ਇਹ ਮਾਸੂਮ ਪੰਛੀ ਜੋ ਸਿੱਖਦਾ ਹੈ, ਬਾਅਦ ਵਿੱਚ ਇਹ ਹਵਾ ਉਸ ਨੂੰ ਸਲਾਮ ਕਰਦੀ ਹੈ। ਇਸ ਤਰ੍ਹਾਂ ਦੀ ਮਹਾਨ ਭਿਆਨਕ ਟ੍ਰੇਨਿੰਗ ਤੋਂ ਬਾਅਦ ਸਮੇਂ ਦੇ ਨਾਲ ਨਾਲ ਇਹ ਪੰਛੀ ਜਵਾਨ ਹੋਣ ਲੱਗਦਾ ਹੈ। ਫਿਰ ਇੱਕ ਦਿਨ ਉਹ ਸਮਾਂ ਆਉਂਦਾ ਹੈ ਜਦੋਂ ਪੂਰੇ ਅਸਮਾਨ ਵਿੱਚ ਉਸ ਦੇ ਨਾਮ ਦਾ ਡੰਕਾ ਵੱਜਦਾ ਹੈ। ਇਹ ਪੰਛੀ ਅੱਜ ਪੂਰੇ ਅਸਮਾਨ ਦਾ ਬਾਦਸ਼ਾਹ ਹੈ। ਜਰਾ ਇਸ ਦੀ ਸਿਹਤ ਦੇਖੋ, ਇਸ ਦੇ ਪੰਖਾਂ ਦਾ ਫੈਲਾਅ ਦੇਖੋ, ਉੱਡਦਿਆਂ ਹੋਇਆਂ ਇਸ ਦਾ ਐਟੀਟਿਊਡ ਦੇਖੋ, ਇਸ ਦੀ ਉਡਾਨ ਦੇਖੋ। ਇਸ ਤੋਂ ਭਿਆਨਕ ਅਤੇ ਖੂੰਖਾਰ ਪੰਛੀ ਹੋਰ ਕੋਈ ਨਹੀਂ ਹੈ। ਬਾਜ਼ ਗਰੁੜ ਦੀ ਪ੍ਰਜਾਤੀ ਦਾ ਹੀ ਇੱਕ ਪੰਛੀ ਹੈ, ਪਰ ਇਹ ਗਰੁੜ ਤੋਂ ਥੋੜਾ ਛੋਟਾ ਹੁੰਦਾ ਹੈ। ਇਸ ਦੇ ਮਜ਼ਬੂਤ ਪੰਜੇ ਇੰਨੇ ਤਾਕਤਵਰ ਹੁੰਦੇ ਹਨ ਕਿ ਭਾਰੀ ਤੋਂ ਭਾਰੀ ਜਾਨਵਰ ਨੂੰ ਵੀ ਆਸਾਨੀ ਨਾਲ ਉਠਾ ਲੈਂਦੇ ਹਨ। ਬਾਜ਼ ਆਪਣੇ ਤੋਂ 1.5 ਗੁਣਾ ਭਾਰੀ ਜਾਨਵਰ ਨੂੰ ਵੀ ਆਸਾਨੀ ਨਾਲ ਉਠਾ ਕੇ ਲੈ ਜਾਂਦਾ ਹੈ। ਬਾਜ਼ ਦੀ ਪਕੜ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹ ਬਾਂਦਰ ਜਿਹੇ ਜਾਨਵਰ ਦੀ ਖੋਪੜੀ ਨੂੰ ਵੀ ਝਟਕਾ ਸਕਦਾ ਹੈ। ਇਸ ਦੇ ਪੰਜਿਆਂ ਵਿਚਲੇ ਨੁਕੀਲੇ ਨਾਖੂਨ ਇਸ ਦਾ ਜ਼ਬਰਦਸਤ ਹਥਿਆਰ ਹਨ। ਇਹ ਇੰਨੇ ਤਿੱਖੇ ਹੁੰਦੇ ਹਨ ਕਿ ਇੱਕ ਵਾਰ ਵਿੱਚ ਹੀ ਕਿਸੇ ਜਾਨਵਰ ਦੇ ਟੁਕੜੇ ਕਰ ਸਕਦੇ ਹਨ। ਇਹਨਾਂ ਪੰਛੀਆਂ ਦੀ ਪੀਲੀ ਚੁੰਝ ਕੋਈ ਘੱਟ ਖਤਰਨਾਕ ਨਹੀਂ ਹੁੰਦੀ। ਆਪਣੇ ਦੁਸ਼ਮਣ ਦਾ ਸ਼ਿਕਾਰ ਕਰਨ ਤੇ ਉਸ ਨੂੰ ਨੋਚ ਖਾਣ ਵਿੱਚ ਇਸ ਚੁੰਝ ਦਾ ਬੜਾ ਵੱਡਾ ਹੱਥ ਹੁੰਦਾ ਹੈ। ਇਹ ਚੁੰਝ ਅੱਗੋਂ ਕੁਝ ਇਸ ਤਰ੍ਹਾਂ ਮੁੜੀ ਹੋਈ ਹੁੰਦੀ ਹੈ ਕਿ ਸ਼ਿਕਾਰ ਕਰਨ ਤੇ ਉਸ ਨੂੰ ਖਾਣ ਵਿੱਚ ਕੰਮ ਆਸਾਨ ਕਰ ਦਿੰਦੀ ਹੈ। ਕਰੀਬ 2 ਫੁੱਟ ਲੰਬਾ ਇਹ ਬਾਜ਼ ਜਦੋਂ ਆਪਣੇ ਪੰਖ ਫੈਲਾਉਂਦਾ ਹੈ ਤਾਂ ਫਿਰ ਇਹ 7 ਫੁੱਟ ਤੱਕ ਲੰਬਾ ਹੋ ਜਾਂਦਾ ਹੈ। ਇਸ ਪੰਛੀ ਦਾ ਵਜ਼ਨ 3 ਤੋਂ 4 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੁੰਦਾ। ਇਸ ਦੇ ਪੰਖਾਂ ਦੀ ਬਨਾਵਟ ਤੇ ਇਸ ਦਾ ਹਲਕਾ ਵਜ਼ਨ ਹੀ ਉਹ ਵਜ੍ਹਾ ਹੈ ਜਿਹੜੀ ਇਸ ਦੇ ਉੱਡਣ ਦੀ ਰਫ਼ਤਾਰ ਨੂੰ ਤੂਫਾਨੀ ਬਣਾ ਦਿੰਦੀ ਹੈ। ਗੋਲਡਨ ਈਗਲ ਨਾਂ ਦੇ ਬਾਜ਼ ਦੀ ਸਪੀਡ
340 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ। ਬਾਜ ਆਕਾਸ਼ ਵਿੱਚ ਕਰੀਬ 12,000 ਫੁੱਟ ਦੀ ਉਚਾਈ ਤੱਕ ਆਪਣੀ ਉਡਾਨ ਆਸਾਨੀ ਨਾਲ ਭਰ ਸਕਦਾ ਹੈ। ਇੱਕ ਗੱਲ ਜੋ ਉਸ ਨੂੰ ਖਾਸ ਬਣਾਉਂਦੀ ਹੈ ਉਹ ਹਨ ਉਸ ਦੀਆਂ ਨਜ਼ਰਾਂ। ਇਸ ਦੀਆਂ ਨਜ਼ਰਾਂ ਇੰਨੀਆਂ ਤੇਜ਼ ਹੁੰਦੀਆਂ ਹਨ ਕਿ ਬੱਦਲਾਂ ਤੋਂ ਵੀ ਧਰਤੀ ਤੇ ਚੱਲ ਰਹੇ ਚੂਹੇ ਨੂੰ ਵੇਖ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਦੀਆਂ ਅੱਖਾਂ ਬਿਨਾਂ ਗਰਦਨ ਘੁਮਾ ਕੇ 340 ਡਿਗਰੀ ਤੱਕ ਵੇਖ ਸਕਦੀਆਂ ਹਨ। ਇੰਨਾ ਹੀ ਨਹੀਂ, ਬਾਜ ਇੱਕੋ ਸਮੇਂ ਦੋ ਵੱਖ-ਵੱਖ ਚੀਜ਼ਾਂ ਵੱਲ ਧਿਆਨ ਕਰ ਸਕਦਾ ਹੈ। ਜਦੋਂ ਅਸੀਂ ਨੇੜੇ ਵਾਲੀਆਂ ਚੀਜ਼ਾਂ ਵੇਖਦੇ ਹਾਂ ਤਾਂ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਣ ਲੱਗਦੀਆਂ ਹਨ। ਫਿਰ ਜਦੋਂ ਦੂਰ ਦੀਆਂ ਚੀਜ਼ਾਂ ਵੇਖਦੇ ਹਾਂ ਤਾਂ ਨੇੜੇ ਵਾਲੀਆਂ ਧੁੰਦਲੀਆਂ ਹੋ ਜਾਂਦੀਆਂ ਹਨ। ਪਰ ਬਾਜ ਦੇ ਨਾਲ ਐਵੇਂ ਨਹੀਂ ਹੁੰਦਾ। ਬਾਜ ਨੇੜੇ ਅਤੇ ਦੂਰ ਦੀਆਂ ਚੀਜ਼ਾਂ ਇੱਕੋ ਸਮੇਂ ਵੇਖ ਸਕਦਾ ਹੈ। ਜੇਕਰ ਰਹਿਣ ਸਹਿਣ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣਾ ਘੋਂਸਲਾ ਗਗਨਚੁੰਬੀ ਪਹਾੜਾਂ, ਚਟਾਨਾਂ ਤੇ ਖੂਬ ਉੱਚੇ-ਉੱਚੇ ਪੇੜਾਂ ਉੱਤੇ ਬਣਾਉਂਦੇ ਹਨ। ਬਾਜ ਦਾ ਘੋਂਸਲਾ ਦੂਸਰੇ ਤਮਾਮ ਪੰਛੀਆਂ ਨਾਲੋਂ ਕਿਤੇ ਵੱਡਾ ਹੁੰਦਾ ਹੈ। ਇੰਨਾ ਵੱਡਾ ਹੁੰਦਾ ਹੈ ਕਿ ਇੱਕ 6 ਫੁੱਟ ਆਦਮੀ ਪੂਰੇ ਦਾ ਪੂਰਾ ਇਹਦੇ ਵਿੱਚ ਸਮਾ ਸਕਦਾ ਹੈ। ਆਪਣੇ ਇਸ ਆਲੀਸ਼ਾਨ ਘੋਂਸਲਾ ਰੂਪੀ ਮਹਿਲ ਦੇ ਵਿੱਚ ਬਾਜ਼ ਰਾਜੇ ਵਾਂਗ ਆਪਣੀ ਬੇਗਮ ਦੇ ਨਾਲ ਰਹਿੰਦੇ ਹਨ। ਇਹਨਾਂ ਘੋਂਸਲਿਆਂ ਵਿੱਚ ਮਾਦਾ ਬਾਜ਼ ਆਪਣੇ ਆਂਡੇ ਦਿੰਦੀ ਹੈ, ਜੋ ਕਿ ਪਿੱਛੇ ਦੱਸ ਚੁੱਕੇ ਹਾਂ। ਮਾਦਾ ਬਾਜ਼ ਇੱਕ ਵਾਰ ਵਿੱਚ 2 ਤੋਂ 3 ਆਂਡੇ ਦਿੰਦੀ ਹੈ। ਫਿਰ ਆਪਣਾ ਫਰਜ਼ ਨਿਭਾਉਂਦੇ ਹੋਏ ਇਹ ਪੰਛੀ ਵੀ ਆਪਣੀ ਨਵੀਂ ਪੀੜ੍ਹੀ ਨੂੰ ਉਸੇ ਤਰ੍ਹਾਂ ਤਿਆਰ ਕਰਦੇ ਹਨ ਜਿਸ ਤਰ੍ਹਾਂ ਇਹਨਾਂ ਨੂੰ ਇਹਨਾਂ ਦੇ ਮਾਤਾ-ਪਿਤਾ ਨੇ ਤਿਆਰ ਕੀਤਾ ਸੀ। ਬਾਜ਼ ਵਿੱਚ ਇੱਕ ਖਾਸ ਗੱਲ ਹੋਰ ਵੀ ਹੈ ਕਿ ਇਹ ਆਪਣੀ ਜਗ੍ਹਾ ਤੇ ਆਪਣੇ ਘੋਂਸਲੇ ਨੂੰ ਛੱਡ ਕੇ ਕਿਸੇ ਹੋਰ ਸਥਾਨ ਤੇ ਨਹੀਂ ਜਾਂਦੇ। ਬਸ ਉਸ ਜਗ੍ਹਾ ਤੇ ਇਹਨਾਂ ਨੂੰ ਖਾਣ ਪੀਣ ਦੀ ਸੁਵਿਧਾ ਮਿਲਦੀ ਰਹੇ। ਜ਼ਿਆਦਾਤਰ ਪੰਛੀ ਮੌਸਮ ਦੇ ਹਿਸਾਬ ਨਾਲ ਆਪਣੀ ਜਗ੍ਹਾ ਬਣਾ ਲੈਂਦੇ ਹਨ। ਜਿਵੇਂ ਠੰਡ ਦੇ ਸਮੇਂ ਵਿੱਚ ਗਰਮ ਸਥਾਨ ਤੇ ਚਲੇ ਜਾਂਦੇ ਹਨ, ਪਰ ਬਾਜ਼ ਕਦੇ ਵੀ ਆਪਣੀ ਜਗ੍ਹਾ ਨਹੀਂ ਛੱਡਦਾ, ਭਾਵੇਂ ਕਿੰਨੀ ਵੀ ਠੰਡ ਪਵੇ। ਬਾਜ਼ ਇੱਕਮਾਤਰ ਐਸਾ ਪੰਛੀ ਹੈ ਜੋ 70 ਸਾਲ ਤੋਂ ਜ਼ਿਆਦਾ ਸਮੇਂ ਤੱਕ ਜਿੰਦਾ ਰਹਿ ਸਕਦਾ ਹੈ। ਪਰ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ ਕਿ ਬਾਜ਼ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੁੰਦੀ ਹੈ, ਤਾਂ ਜ਼ਾਹਰ ਹੈ ਕਿ ਇੰਨੀ ਲੰਬੀ ਜ਼ਿੰਦਗੀ ਪਾਉਣ ਦੇ ਲਈ ਬਾਜ਼ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਬਸ ਇੰਨਾ ਸਮਝ ਲਓ ਕਿ ਅਸਮਾਨ ਦੇ ਇਸ ਬਾਦਸ਼ਾਹ ਦੇ ਸਿਰ ਤੇ ਕੰਡਿਆਂ ਦਾ ਤਾਜ ਸਜਿਆ ਹੁੰਦਾ ਹੈ। ਜਦੋਂ ਬਾਜ਼ 35 ਤੋਂ 40 ਸਾਲ ਦੀ ਉਮਰ ਵਿੱਚ ਗੁਜ਼ਰ ਰਿਹਾ ਹੁੰਦਾ ਹੈ, ਜ਼ਿੰਦਗੀ ਫਿਰ ਇੱਕ ਵਾਰ ਉਸ ਦਾ ਇਮਤਿਹਾਨ ਲੈਂਦੀ ਹੈ। ਇਸ ਉਮਰ ਵਿੱਚ ਆਉਂਦਿਆਂ ਇਸ ਪੰਛੀ ਦੀ ਚੁੰਝ ਇੰਨੀ ਜ਼ਿਆਦਾ ਮੁੜ ਜਾਂਦੀ ਹੈ ਕਿ ਇਹ ਕੁਝ ਵੀ ਤੋੜਨ ਦੇ ਕੰਮ ਨਹੀਂ ਆਉਂਦੀ। ਵਿਚਾਰਾ ਆਪਣੀ ਚੁੰਝ ਖੋਲ੍ਹ ਕੇ ਮੂੰਹ ਵਿੱਚ ਕੁਝ ਪਾ ਵੀ ਨਹੀਂ ਸਕਦਾ। ਇੱਥੋਂ ਇਸ ਦਾ ਭੁੱਖ ਨਾਲ ਤੜਫਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਦੇ ਪੰਖਾਂ ਤੇ ਪੰਜਿਆਂ ਦਾ ਵੀ ਇਹੀ ਹਾਲ ਹੋ ਜਾਂਦਾ ਹੈ। ਪੰਖਾਂ ਦਾ ਵਜ਼ਨ ਇੰਨਾ ਵੱਧ ਜਾਂਦਾ ਹੈ ਕਿ ਇਸ ਤੋਂ ਸੰਭਾਲਿਆ ਨਹੀਂ ਸੰਭਲਦਾ। ਉੱਡਣਾ ਤਾਂ ਬਹੁਤ ਦੂਰ ਦੀ ਗੱਲ ਹੈ, ਤੇ ਪੰਜਿਆਂ ਦੇ ਨਹੁੰ ਵੀ ਇੰਨੇ ਵੱਧ ਜਾਂਦੇ ਹਨ ਕਿ ਇਸ ਦੀ ਪਕੜ ਕਮਜ਼ੋਰ ਹੋਣ ਲੱਗਦੀ ਹੈ। ਜਵਾਨੀ ਵਿੱਚ ਜੋ ਹਥਿਆਰ ਬਾਜ਼ ਦੀ ਤਾਕਤ ਸਨ, ਉਹੀ ਹਥਿਆਰ ਉਸ ਦੇ ਦੁਸ਼ਮਣ ਬਣ ਬੈਠੇ ਨੇ। ਇਸ ਵਕਤ ਬਾਜ਼ ਲਈ 2 ਹੀ ਰਸਤੇ ਹੁੰਦੇ ਹਨ। ਇੱਕ ਜਗ੍ਹਾ ਤੇ ਬੈਠੇ ਬੈਠੇ ਭੁੱਖ ਨਾਲ ਤੜਫ ਕੇ ਆਪਣੀ ਜਾਨ ਦੇ ਦੇਵੇ, ਜਾਂ ਫਿਰ ਜ਼ਿੰਦਗੀ ਦੇ ਉਸ ਪਾਰ ਪਹੁੰਚਣ ਲਈ ਇਸ ਜ਼ਿੰਦਗੀ ਰੂਪੀ ਅੱਗ ਦੇ ਦਰਿਆ ਨੂੰ ਪਾਰ ਕਰਨ ਲਈ ਸੰਘਰਸ਼ ਕੀਤਾ ਜਾਵੇ। ਇਹ ਬਹੁਤ ਹੀ ਦਰਦ ਭਰੀ ਗਤੀਵਿਧੀ ਹੁੰਦੀ ਹੈ, ਪਰ ਸਾਡਾ ਹੀਰੋ ਬਾਜ਼ ਜ਼ਿੰਦਗੀ ਦਾ ਚੁਣਾਵ ਕਰਦਾ ਹੈ। ਉਸ ਦੇ ਅੰਦਰ ਜ਼ਿੰਦਗੀ ਜਿਉਣ ਦਾ ਜਜ਼ਬਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਉਹ ਇਸ ਭਿਆਨਕ ਪ੍ਰਕਿਰਿਆ ਤੋਂ ਗੁਜ਼ਰਨ ਲਈ ਤਿਆਰ ਰਹਿੰਦਾ ਹੈ। ਉਹ ਕਿਸੇ ਪੱਥਰ ਤੇ ਆਪਣੀ ਚੁੰਝ ਨੂੰ ਲਗਾਤਾਰ ਉਦੋਂ ਤੱਕ ਮਾਰਦਾ ਰਹਿੰਦਾ ਹੈ ਜਦੋਂ ਤੱਕ ਉਸ ਦਾ ਅਗਲਾ ਭਾਗ ਟੁੱਟ ਨਾ ਜਾਵੇ। ਇਹ ਸਭ ਕਰਦੇ ਸਮੇਂ ਉਸ ਨੂੰ ਬਹੁਤ ਪੀੜ ਹੁੰਦੀ ਹੈ। ਉਸ ਦੀ ਪੂਰੀ ਚੁੰਝ ਲਹੂ ਲਹਾਨ ਹੋ ਜਾਂਦੀ ਹੈ, ਪਰ ਉਹ ਇਸ ਭਿਆਨਕ ਦਰਦ ਨੂੰ ਸਹਿਣ ਕਰ ਜਾਂਦਾ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਉਸ ਦੇ ਮੁੜੇ ਹੋਏ ਪੰਜਿਆਂ ਦਾ। ਉਸ ਨੂੰ ਇਸੇ ਤਰ੍ਹਾਂ ਆਪਣੇ ਮੁੜੇ ਹੋਏ ਨਾਖੂਨਾਂ ਨੂੰ ਵੀ ਤੋੜਨਾ ਹੁੰਦਾ ਹੈ, ਤੇ ਫਿਰ ਉਸਨੇ ਆਪਣੇ ਪੰਖਾਂ ਨਾਲ ਵੀ ਇਹੋ ਜਿਹਾ ਵਰਤਾਵ ਹੀ ਕਰਨਾ ਹੁੰਦਾ ਹੈ। ਬਾਜ਼ ਆਪਣੇ ਵਧੇ ਹੋਏ ਪੰਖਾਂ ਨੂੰ ਇੱਕ-ਇੱਕ ਕਰਕੇ ਆਪਣੇ ਸਰੀਰ ਵਿੱਚੋਂ ਨੋਚ-ਨੋਚ ਕੇ ਕੱਢਦਾ ਹੈ।
ਇਸ ਅਸਹਿ ਦਰਦ ਨੂੰ ਬਰਦਾਸ਼ਤ ਕਰਨ ਤੇ ਫਿਰ ਦੁਬਾਰਾ ਠੀਕ ਹੋਣ ਵਿੱਚ ਉਸ ਨੂੰ ਕਰੀਬ 5 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਕੁਝ ਸਮੇਂ ਬਾਅਦ ਫਿਰ ਅਸਮਾਨ ਦੀ ਬੁਲੰਦੀ ਨੂੰ ਛੂਹਣ ਲਈ ਨਿਕਲ ਜਾਂਦਾ ਹੈ ਸਾਡਾ ਜਾਬਾਜ਼ ਬਾਜ਼, ਜਿਹੜਾ ਅੱਗ ਦਾ ਦਰਿਆ ਉਹ ਪਾਰ ਕਰਕੇ ਆਇਆ ਹੈ। ਉਸ ਨੂੰ ਉਸ ਦਾ ਫਲ ਮਿਲਿਆ ਹੈ, ਇੱਕ ਨਵੀਂ ਜ਼ਿੰਦਗੀ ਦੀ ਨਵੀਂ ਸੌਗਾਤ ਮਿਲੀ ਹੈ। ਇਸ ਨਵੇਂ ਅਸਮਾਨ ਦਾ ਤੋਹਫਾ ਮਿਲਿਆ ਏ, ਜਿੱਥੇ ਉਹ ਆਪਣੀ ਕਾਬਲੀਅਤ ਦੇ ਨਿਸ਼ਾਨ ਲਹਿਰਾ ਰਿਹਾ ਹੈ। ਇਸ ਅਸਮਾਨ ਨੂੰ ਅੱਜ ਸੱਚਮੁੱਚ ਆਪਣੇ ਇਸ ਰਾਜੇ ਤੇ ਮਾਣ ਹੈ। ਬਾਜ਼ ਦੀ ਟੱਕਰ ਦਾ ਬਹਾਦਰ ਪੰਛੀ ਸ਼ਾਇਦ ਹੀ ਇਸ ਪੂਰੀ ਦੁਨੀਆ ਵਿੱਚ ਕੋਈ ਹੋਵੇਗਾ। ਇਹੀ ਕਾਰਨ ਸੀ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸਾਰੇ ਪੰਛੀਆਂ ਦੀ ਥਾਂ ਬਾਜ਼ ਰੱਖਿਆ। ਗੁਰੂ ਜੀ ਦੇ ਹਰ ਕਦਮ ਪਿੱਛੇ ਕੌਮ ਲਈ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਸੀ। ਬਾਜ਼ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਬਾਜ਼ ਕਦੇ ਵੀ ਗੁਲਾਮੀ ਭਰੀ ਜ਼ਿੰਦਗੀ ਬਤੀਤ ਨਹੀਂ ਕਰਦਾ। ਬਾਜ਼ ਬਹੁਤਾ ਚਿਰ ਪਿੰਜਰੇ ਵਿੱਚ ਕੈਦ ਨਹੀਂ ਰਹਿੰਦਾ, ਜਾਂ ਤਾਂ ਉਹ ਪਿੰਜਰਾ ਤੋੜ ਉੱਡ ਜਾਵੇਗਾ ਜਾਂ ਫਿਰ ਮਰ ਜਾਵੇਗਾ, ਪਰ ਗੁਲਾਮ ਬਣ ਕੇ ਕਦੇ ਵੀ ਨਹੀਂ ਰਹੇਗਾ। ਦੋਸਤੋ, ਸੰਘਰਸ਼ਾਂ ਨਾਲ ਭਰੀ ਇੱਕ ਬਾਜ਼ ਦੀ ਜ਼ਿੰਦਗੀ ਨੂੰ ਕਰੀਬ ਤੋਂ ਦੇਖਣ ਤੋਂ ਬਾਅਦ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਜ਼ਿੰਦਗੀ ਤੁਹਾਡੇ ਲਈ ਕਦੇ ਵੀ ਆਸਾਨ ਨਹੀਂ ਹੁੰਦੀ। ਤੁਹਾਨੂੰ ਖੁਦ ਹੀ ਇੰਨਾ ਕਾਬਲ ਹੋਣਾ ਪੈਂਦਾ ਹੈ ਕਿ ਜ਼ਿੰਦਗੀ ਦੇ ਵਾਰ ਦਾ ਸਾਹਮਣਾ ਆਸਾਨੀ ਨਾਲ ਕਰ ਸਕੋ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਉਮੀਦ ਕਰਦੇ ਹਾਂ ਕਿ ਬਾਜ਼ ਪੰਛੀ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।